Hello students, a very good morning to all of you. My name is Ajitpal Singh. I'm your science teacher and I hope you all are well and keeping the social distance in this era of COVID-19. So as you all are aware that schools are not opening, but it's our duty to make you learn the things, and to fulfill that duty, I am going to organize a YouTube class, or you can say an online class of you all. So, students, how we will continue this class is we will continue this class in three modes. In the first mode, I will discuss about the crux of the chapter, the whole of the chapter with you in this form that I will make my own notes, and by sharing the screen and by recording the screen like this, we will discuss about that chapter and my notes. In the second phase, we will learn or we will read the whole NCERT chapter, that what is given in that NCERT chapter, and I will let you know that when you have to tick that chapter. And in the third phase, we will discuss about all the activities which are given in your NCERT chapter textbook, and we will discuss about all the activities and the questions, which are the exercise questions. In also along with that, we will go for the Paheli and Bujo kind of question, which are given in your textbook. There are a comic section in your textbook, a girl named Paheli questions, and we will have a weekly test, which will be on me, and I will give you some assignment from Educare or another, or make some questions over that. ठीक है बेटा, ਤਾਂ ਇਸ ਤਰ੍ਹਾਂ ਨਾਲ ਆਪਾਂ ਇਹ ਚਾਰ ਚੀਜ਼ਾਂ ਕਰਾਂਗੇ। ਨੰਬਰ 1 ਤੇ ਤਾਂ ਮੈਂ ਜਿਹੜੇ ਨੋਟਸ ਨੇ ਇਸ ਤਰ੍ਹਾਂ ਦੇ ਮੈਂ ਬਣਾਉਂਗਾ, ਤੇ ਇਹ ਮੈਂ ਤੁਹਾਨੂੰ ਸਕਰੀਨ ਦਾ ਜਿਹੜਾ ਰਿਕਾਰਡ ਕਰਕੇ YouTube ਤੇ ਸੈਂਡ ਕਰੂੰ, ਤੇ ਤੁਸੀਂ ਉਹ ਲਿੰਕ ਦੇ ਵਿੱਚੋਂ ਸਾਰਾ ਕੁਝ ਦੇਖਣਾ। ਮੈਂ ਤੁਹਾਡੇ ਗਰੁੱਪ ਦੇ ਵਿੱਚ ਉਹ ਲਿੰਕ ਵੀ ਸੈਂਡ ਕਰੂੰਗਾ। ਨੰਬਰ 2 ਆਪਾਂ ਕੀ ਕਰਾਂਗੇ, ਆਪਾਂ ਬੁੱਕ ਰੀਡ ਕਰਾਂਗੇ, ਜਿਹੜੀ ਵੀ ਬੁੱਕ ਆਪਣੀ ਹੈਗੀ ਹੈ, ਠੀਕ ਹੈ, NCERT ਦੀ ਟੈਕਸਟ ਬੁੱਕ ਹੈ, ਉਹਨੂੰ ਰੀਡ ਕਰਾਂਗੇ। ਨੰਬਰ 3 ਆਪਾਂ ਕੀ ਕਰਨਾ ਬੇਟਾ, ਨੰਬਰ 3 ਆਪਾਂ ਨੇ ਉਸ ਦੇ ਜਿਹੜੇ ਕੁਐਸਚਨਸ ਨੇ ਜਾਂ ਐਕਟੀਵਿਟੀਜ਼ ਨੇ, ਜਾਂ ਬੂਜੋ ਤੇ ਪਹੇਲੀ ਨਾਮ ਦੇ ਜਿਹੜੇ ਉਹ 'ਚ ਦੋ ਕੌਮਿਕ ਕਰੈਕਟਰ ਨੇ, ਉਹਨਾਂ ਦੀਆਂ ਗੱਲਾਂ ਡਿਸਕਸ ਕਰਨੀਆਂ ਨੇ, ਠੀਕ ਹੈ, ਸਾਰੇ ਕੁਐਸਚਨ ਕਰਨੇ ਨੇ। ਨੰਬਰ 4 ਤੇ ਆਪਾਂ ਟੈਸਟ ਕੰਡਕਟ ਕਰੂੰ ਮੈਂ ਤੁਹਾਡਾ, ਜਿਹਦੇ ਵਿੱਚ ਮੈਂ ਤੁਹਾਨੂੰ ਐਡੂਕੇਟ ਦੇ ਉੱਤੋਂ ਕੋਈ ਜਿਹੜਾ ਅਸਾਈਨਮੈਂਟ ਆ ਉਹ ਸੈਂਡ ਕਰ ਦੂੰਗਾ, ਜਾਂ ਫਿਰ ਮੈਂ ਤੁਹਾਨੂੰ ਆਪਦਾ ਟੈਸਟ ਪਾ ਕੇ ਗਰੁੱਪ ਦੇ ਵਿੱਚ ਸੈਂਡ ਕਰੂੰਗਾ, ਐਂਡ ਯੂ ਵਿਲ ਹੈਵ ਟੂ ਟੇਕ ਇਟ। ਤਾਂ ਬੇਟਾ ਅੱਜ ਜਿਹੜਾ ਆਪਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਦਿਸ ਇਜ਼ ਦ ਫਸਟ ਚੈਪਟਰ ਆਫ ਅਵਰ 7th ਕਲਾਸ, ਨੋਨ ਐਜ਼ ਨਿਊਟ੍ਰੀਸ਼ਨ ਇਨ ਪਲਾਂਟਸ। ਠੀਕ ਹੈ, ਪਲਾਂਟਸ ਦੇ ਵਿੱਚ ਭੋਜਨ ਪ੍ਰਣਾਲੀ। ਨਿਊਟ੍ਰੀਸ਼ਨ ਦਾ ਮਤਲਬ ਭੋਜਨ ਪ੍ਰਣਾਲੀ ਹੈ ਬੇਟਾ ਪੂਰੀ, ਨਾ ਕਿ ਭੋਜਨ। ਠੀਕ ਹੈ, ਆਪਾਂ ਕਾਫੀ ਚੀਜ਼ਾਂ ਮਤਲਬ ਕਨਫਿਊਜ਼ ਰਹਿੰਦੇ ਹਾਂ ਵੀ ਨਿਊਟ੍ਰੀਸ਼ਨ, ਨਿਊਟਰੀਐਂਟਸ, ਠੀਕ ਹੈ, ਤੇ ਇਹ ਕੀ ਹੈ, ਭੋਜਨ ਇਕੱਲਾ ਹੁੰਦਾ ਜਾਂ ਭੋਜਨ ਪ੍ਰਣਾਲੀ? ਇਹ ਬੇਟਾ ਪੂਰਾ ਭੋਜਨ ਪ੍ਰਣਾਲੀ ਹੁੰਦੀ ਆ। ਮਤਲਬ ਨਿਊਟ੍ਰੀਸ਼ਨ ਦੇ ਵਿੱਚ ਨਾ 4 ਸਟੈਪ ਆ ਜਾਂਦੇ ਨੇ ਬੇਸਿਕਲੀ। ਨਿਊਟ੍ਰੀਸ਼ਨ ਦੇ ਵਿੱਚ ਹੁੰਦਾ ਇੱਕ ਤਾਂ ਭੋਜਨ ਇਨਟੇਕ ਕਰਨਾ, ਦੂਜਾ ਨਿਊਟ੍ਰੀਸ਼ਨ ਦੇ ਵਿੱਚ ਆ ਜਾਂਦਾ ਬੇਟਾ ਭੋਜਨ ਨੂੰ ਡਾਈਜੈਸਟ ਕਰਨਾ, ਤੀਜਾ ਭੋਜਨ ਨੂੰ ਯੂਜ਼ ਕਰਨਾ, ਤੇ ਚੌਥਾ ਭੋਜਨ ਜਿਹੜਾ ਅਨਡਾਈਜੈਸਟਡ ਫੂਡ ਆ ਉਹਨੂੰ ਬਾਹਰ ਕੱਢ process. It is not only food, it is a process nutrition. ਠੀਕ ਹੈ, ਤਾਂ ਪਲਾਂਟਸ ਦੇ ਵਿੱਚ ਕੀ ਹੁੰਦਾ, ਪਲਾਂਟਸ ਦੇ ਵਿੱਚ ਥੋੜਾ ਇੱਕ ਸਟੈਪ ਘੱਟ ਹੁੰਦਾ। ਉਹ ਭੋਜਨ ਇਨਜੈਸਟ ਨਹੀਂ ਕਰਦੇ, ਉਹ ਭੋਜਨ ਅੰਦਰ ਨਹੀਂ ਲੈਂਦੇ, ਉਹ ਆਪ ਭੋਜਨ ਆਪ ਬਣਾਉਂਦੇ ਆ ਆਪਦਾ ਭੋਜਨ। ਠੀਕ ਹੈ, ਤਾਂ ਤੁਸੀਂ ਕਹੋਗੇ ਸਰ ਆਪਦਾ ਭੋਜਨ ਤਾਂ ਇਨਸਾਨ ਵੀ ਆਪ ਹੀ ਬਣਾਉਂਦਾ। ਠੀਕ ਹੈ, ਮੇਰੀ ਮੰਮੀ ਬਣਾਉਂਦੀ ਹੈ ਜੀ, ਮੇਰੀ ਮੰਮੀ ਕੁੱਕ ਕਰਦੀ ਹੈ ਭੋਜਨ। ਨਹੀਂ ਬੇਟਾ, ਉਸ ਤਰ੍ਹਾਂ ਦੀ ਕੁਕਿੰਗ ਨਹੀਂ ਕਰਦੇ ਉਹ। ਠੀਕ ਹੈ, ਆਪ ਬਣਾਉਣ ਤੋਂ ਮਤਲਬ ਇੱਥੇ ਕੁਛ ਹੋਰ ਹੈ, ਅਤੇ ਜਿਵੇਂ ਜਿਵੇਂ ਆਪਾਂ ਆਪਣਾ ਲੈਕਚਰ ਵਿੱਚ ਜਾਵਾਂਗੇ ਤਾਂ ਮੈਂ ਤੁਹਾਨੂੰ ਸਮਝਾਉਂਦਾ ਜਾਊਂਗਾ ਵੀ ਆਪ ਭੋਜਨ ਬਣਾਉਣ ਤੋਂ ਕੀ ਮਤਲਬ ਆ। ਠੀਕ ਹੈ, ਤਾਂ ਭੋਜਨ ਦੇ ਤਰੀਕੇ, ਮਤਲਬ ਪਲਾਂਟਸ ਦੇ ਵਿੱਚ ਭੋਜਨ ਪ੍ਰਣਾਲੀ ਦੇ ਤਰੀਕੇ ਬੇਸਿਕਲੀ 3 ਨੇ ਬੇਟਾ। ਨੰਬਰ 1 ਇਜ਼ ਆਟੋਟ੍ਰੋਫਿਕ ਨਿਊਟ੍ਰੀਸ਼ਨ, 4 ਨੇ ਬੇਸਿਕਲੀ, ਸੌਰੀ।
Number 1 is autotrophic nutrition, number 2 is heterotrophic nutrition, number 3 is saprotrophic nutrition, and number 4 is symbiotic nutrition. ठीक है। ऑटोट्रॉफिक न्यूट्रीशन बेटा की है, ਅੱਜ ਆਪਾਂ ਸਿਰਫ ਇਹਦੇ ਬਾਰੇ ਡਿਸਕਸ ਕਰਾਂਗੇ। ਜਿਹੜੇ ਅਗਲੇ 3 ਨਿਊਟ੍ਰੀਸ਼ਨ ਨੇ ਇਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ। ਤਾਂ ਆਟੋਟ੍ਰੋਫਿਕ ਨਿਊਟ੍ਰੀਸ਼ਨ ਦੀ ਜੇ ਮੈਂ ਗੱਲ ਕਰਾਂ ਤਾਂ ਆਟੋਟ੍ਰੋਫਿਕ ਨਿਊਟ੍ਰੀਸ਼ਨ ਕੀ ਹੈ? ਸਿੰਪਲ ਤੇ ਸੌਖੇ ਸ਼ਬਦਾਂ ਦੇ ਵਿੱਚ ਆਪਣਾ ਭੋਜਨ ਆਪ ਤਿਆਰ ਕਰਨਾ। ਚਲੋ ਜੀ, ਇਹ ਅਧੂਰੀ ਗੱਲ ਹੈ। ਆਪਦਾ ਭੋਜਨ ਆਪ ਤਿਆਰ ਕਰਨਾ, ਮੈਂ ਕਹਤਾ ਤੁਸੀਂ ਮੈਨੂੰ ਕੁਐਸਚਨ ਪੁੱਟ ਕਰੋਗੇ ਵੀ ਜੀ ਮੇਰੇ ਮੰਮਾ ਵੀ ਸਾਡੇ ਘਰ ਦਾ ਸਾਰਾ ਭੋਜਨ ਤਿਆਰ ਕਰਦੇ ਨੇ ਤਾਂ ਉਹ ਆਟੋਟ੍ਰੋਫ ਨੇ? ਨਹੀਂ ਬੇਟਾ, ਇੱਥੇ 2-3 ਚੀਜ਼ਾਂ ਫਿਰ ਆਪਾਂ ਐਕਸਟਰਾ ਜੋੜਾਂਗੇ। ਆਪਣਾ ਭੋਜਨ ਆਪ ਤਿਆਰ ਕਰਨਾ ਕੁਦਰਤ ਦੇ ਵਿੱਚੋਂ ਕੀ ਕੁਛ ਲੈ ਕੇ, ਕਾਰਬਨ ਡਾਈਆਕਸਾਈਡ ਲੈ ਕੇ ਤੇ ਪਾਣੀ ਲੈ ਕੇ। ਠੀਕ ਹੈ। ਇਕੱਲੇ ਕਾਰਬਨ ਡਾਈਆਕਸਾਈਡ ਤੇ ਪਾਣੀ ਨਾਲ ਕੁਛ ਐਸਾ ਬਣਾ ਦੇਣਾ ਜਿਹਨੂੰ ਆਪਾਂ now I am going to read that definition. What is the definition of autotrophic nutrition? So ਬੇਟਾ ਧਿਆਨ ਨਾਲ ਦੇਖੋ, ਨੰਬਰ 1 ਤੋਂ ਲਿਖਿਆ ਹੋਇਆ ਨਾ ਆਟੋਟ੍ਰੋਫਿਕ ਨਿਊਟ੍ਰੀਸ਼ਨ, ਤਾਂ ਮੈਂ ਪੜ੍ਹਨ ਜਾ ਰਿਹਾ। ਦ ਮੋਡ ਆਫ ਨਿਊਟ੍ਰੀਸ਼ਨ, ਕਹਿੰਦਾ ਭੋਜਨ ਦਾ ਇਸ ਤਰ੍ਹਾਂ ਦਾ ਇੱਕ ਮੋਡ ਦਾ ਮਤਲਬ ਕੀ ਹੁੰਦਾ? ਭੋਜਨ ਦੀ ਇਸ ਤਰ੍ਹਾਂ ਦੀ ਇੱਕ ਪ੍ਰਣਾਲੀ। ਦ ਮੋਡ ਆਫ ਨਿਊਟ੍ਰੀਸ਼ਨ the mode of nutrition in which plants produce their own food, ਜਿਹਦੇ ਵਿੱਚ plants ਮਤਲਬ ਪੌਦੇ ਆਪਣਾ ਭੋਜਨ ਆਪ ਪੈਦਾ ਕਰਦੇ ਨੇ। using raw material of carbon dioxide, ਕਾਰਬਨ ਡਾਈਆਕਸਾਈਡ ਦਾ ਰਾ ਮਟੀਰੀਅਲ ਯੂਜ਼ ਕਰਕੇ, ਜਿਹਦਾ ਫਾਰਮੂਲਾ ਹੈ CO2। ਇਹ ਫਾਰਮੂਲਾ ਤੁਸੀਂ ਯਾਦ ਕਰ ਲਓ, ਬਹੁਤ ਚੰਗੇ ਰਹੋਗੇ ਹਾਈ ਕਲਾਸਿਸ ਦੇ ਵਿੱਚ। ਠੀਕ ਹੈ। ਕਾਰਬਨ ਡਾਈਆਕਸਾਈਡ ਦਾ ਕੈਮੀਕਲ ਫਾਰਮੂਲਾ ਇਜ਼ CO2। ਕਾਰਬਨ ਦਾ ਮਤਲਬ C ਬੇਟਾ, ਡਾਈ ਦਾ ਮਤਲਬ 2, ਆਕਸਾਈਡ ਦਾ ਮਤਲਬ ਆਕਸੀਜਨ। ਤਾਂ CO2 ਇਜ਼ ਦਾ ਕੈਮੀਕਲ ਫਾਰਮੂਲਾ, ਕੌਮਾ ਵਾਟਰ। ਠੀਕ ਹੈ। ਜਿਹਦਾ ਕੈਮੀਕਲ ਫਾਰਮੂਲਾ ਹੈ H2O। ਠੀਕ ਹੈ। ਪਾਣੀ ਨੂੰ ਆਪਾਂ H2O ਦੇ ਤੌਰ 'ਤੇ ਲਿਖਦੇ ਹਾਂ। ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ, ਕਿਹਦੀ ਪ੍ਰੈਜ਼ੈਂਸ ਦੇ ਵਿੱਚ? ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ। ਐਂਡ ਗ੍ਰੀਨ ਪਿਗਾਮੈਂਟ ਕਲੋਰੋਫਿਲ। ਠੀਕ ਹੈ। ਅਤੇ ਇੱਕ ਗ੍ਰੀਨ ਪਿਗਾਮੈਂਟ ਜਿਹਦਾ ਨਾਮ ਆ ਕਲੋਰੋਫਿਲ, ਜਿਹੜਾ ਕਿ ਕਿੱਥੇ ਪ੍ਰੈਜ਼ੈਂਟ ਹੋਊਗਾ? ਇਹ ਪੌਦਿਆਂ ਦੇ ਪੱਤਿਆਂ 'ਚ ਪ੍ਰੈਜ਼ੈਂਟ ਹੋਊਗਾ, ਤਾਂ ਹੀ ਪੱਤਿਆਂ ਦਾ ਰੰਗ ਕੀ ਹੁੰਦਾ? ਗ੍ਰੀਨ ਹੁੰਦਾ ਹੈ। ਠੀਕ ਹੈ। ਇਜ਼ ਕਾਲਡ ਆਟੋਟ੍ਰੋਫਿਕ ਨਿਊਟ੍ਰੀਸ਼ਨ। ਇਹਨੂੰ ਆਪਾਂ ਆਟੋਟ੍ਰੋਫਿਕ ਨਿਊਟ੍ਰੀਸ਼ਨ ਬੋਲਾਂਗੇ। ਤਾਂ ਇੱਕ ਵਾਰ ਮੈਂ ਪੂਰੀ ਤਰ੍ਹਾਂ ਨਾਲ ਇੰਗਲਿਸ਼ ਦੇ ਵਿੱਚ ਪੜ੍ਹਦਾ ਅਤੇ ਉਦੋਂ ਬਾਅਦ ਮੈਂ ਤੁਹਾਨੂੰ ਇਹ ਪੂਰੀ ਤਰ੍ਹਾਂ ਨਾਲ ਪੰਜਾਬੀ ਵਿੱਚ ਸਾਰੇ ਦਾ ਸਾਰਾ ਹੀ ਟਰਾਂਸਲੇਟ ਕਰਕੇ ਸਮਝਾਊਂਗਾ। ਇੰਗਲਿਸ਼ ਦੇ ਵਿੱਚ ਕਹਿ ਰਿਹਾ ਬੇਟਾ ਉਹ, ਇਹ ਤੁਸੀਂ ਲਿਖ ਲੈਣਾ ਨਾਲ ਦੀ ਨਾਲ। ਜਿਹੜੇ ਮੇਰੇ ਹੈਲਪ ਮਿਲੂਗੀ ਤੁਹਾਨੂੰ, ਸਾਇੰਸ ਬਿਲਕੁਲ ਟਫ ਨਹੀਂ ਲੱਗਣੀ। ਠੀਕ ਹੈ ਬੇਟਾ। ਆਟੋਟ੍ਰੋਫਿਕ ਨਿਊਟ੍ਰੀਸ਼ਨ, the mode of nutrition in which plants produce their own food using raw material in carbon dioxide, water in the presence of sunlight and green pigment chlorophyll is called autotrophic nutrition। ਇਹਨੂੰ ਆਪਾਂ autotrophic nutrition ਕਹਿੰਦੇ ਆ। ਨੀਚੇ ਬੇਟਾ ਮੈਂ ਇਹਦੀ chemical reaction ਲਿਖੀ ਆ। this reaction ਜਿਹੜੀ ਪਹਿਲੇ ਨੰਬਰ 'ਤੇ ਲਿਖੀ ਗਈ ਹੈ ਬੇਟਾ, it is called chemical reaction। ਤਾਂ ਇਹ chemical reaction ਤੁਹਾਨੂੰ ਬੇਸਿਕਲੀ 8th ਕਲਾਸ ਦੇ ਵਿੱਚ ਆਉਣਗੀਆਂ ਅਤੇ 10th ਦੇ ਵਿੱਚ ਇਹ ਪੂਰੀ ਰਿਐਕਸ਼ਨ ਆਊਗੀ ਤੁਹਾਨੂੰ, ਬਟ ਮੈਂ ਫਿਰ ਵੀ ਤੁਹਾਨੂੰ ਇਹ ਲਿਖਤੀ। ਠੀਕ ਹੈ। ਤਾਂ ਕਿ ਤੁਸੀਂ ਕਈ ਚੀਜ਼ਾਂ ਇਹਦੇ ਵਿੱਚੋਂ ਸਮਝ ਸਕੋ। ਜਿਹੜੇ ਬੇਟਾ ਲੈਫਟ ਹੈਂਡ ਸਾਈਡ 'ਤੇ ਆਪਣੇ ਕੋਲ 2 ਚੀਜ਼ਾਂ ਪਈਆਂ ਨੇ, CO2 6CO2 + 6H2O ਪਿਆ ਗਾ। ਇਟ ਇਜ਼ ਕਾਲਡ, ਇਹਨਾਂ ਨੂੰ ਕੀ ਬੋਲਦੇ ਹਾਂ ਆਪਾਂ? ਰਿਐਕਟੈਂਟਸ ਬੋਲਦੇ ਹਾਂ। ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਰਿਐਕਟੈਂਟਸ। ਇਹ ਕਿਰਿਆ ਕਰਨਗੇ। ਠੀਕ ਹੈ। ਜਿਹੜੀ ਐਰੋ ਲਾਈ ਹੋਈ ਆ, ਐਰੋ ਦਾ ਮਤਲਬ ਆ ਇਹ ਰਿਐਕਸ਼ਨ ਕਰ ਗਏ, ਕਿੱਧਰ ਨੂੰ ਜਾ ਰਹੇ ਨੇ? ਜਿਹੜੇ ਰਾਈਟ ਹੈਂਡ ਸਾਈਡ 'ਤੇ ਲਿਖੇ ਹੋਏ ਨੇ ਆਪਾਂ 2 ਚੀਜ਼ਾਂ, C6H12O6 + 9HO2। ਠੀਕ ਹੈ। ਦੀਜ਼ ਆਰ ਕਾਲਡ ਪ੍ਰੋਡਕਟਸ। ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਪ੍ਰੋਡਕਟਸ ਬੋਲਦੇ ਹਾਂ। ਮਤਲਬ ਜਦੋਂ ਕਾਰਬਨ ਡਾਈਆਕਸਾਈਡ ਅਤੇ ਪਾਣੀ ਨੇ ਰਿਐਕਟ ਕੀਤਾ ਤਾਂ ਉਹ ਕੀ ਬਣਾ ਰਹੇ ਨੇ? ਗਲੂਕੋਸ ਬਣਾ ਰਹੇ ਨੇ ਬੇਟਾ। ਜਿਹੜਾ C6H12O6 ਆ ਨਾ, ਇਹਦਾ ਨਾਮ ਹੈ ਗਲੂਕੋਸ। ਗਲੂਕੋਸ ਉਹੀ ਗਲੂਕੋਸ ਜਿਹੜਾ ਤੁਸੀਂ ਖਾਂਦੇ ਹੋ ਮਿੱਠਾ। ਠੀਕ ਹੈ। ਜਿੰਨਾ ਵੀ ਮਿੱਠਾ ਖਾਂਦੇ ਹੋ, ਜਿੰਨਾ ਵੀ ਸਟਾਰਚ ਖਾਂਦੇ ਹੋ, ਜਿੰਨਾ ਵੀ ਕਣਕ ਖਾਂਦੇ ਹੋ, ਸਾਰਾ ਆਪਾਂ ਨੂੰ ਕੀ ਦੇ ਰਿਹਾ? ਗਲੂਕੋਸ ਦੇ ਰਿਹਾ। ਅਤੇ ਇਹ ਗਲੂਕੋਸ ਦਾ ਕੈਮੀਕਲ ਫਾਰਮੂਲਾ C6H12O6 + 9O2। O2 ਕੀ ਆ? ਆਕਸੀਜਨ ਗੈਸ। ਅਤੇ ਬੇਟਾ ਇੱਕ ਚੀਜ਼ ਧਿਆਨ ਨਾਲ ਦੇਖੋ, ਮੈਂ ਐਰੋ ਦੇ ਉੱਤੇ ਸਨਲਾਈਟ ਲਿਖਿਆ ਹੋਇਆ ਅਤੇ ਨੀਚੇ ਕਲੋਰੋਫਿਲ ਲਿਖਿਆ ਹੋਇਆ।
ਇਹਦਾ ਕੀ ਮਤਲਬ ਆ? ਇਹਦਾ ਮਤਲਬ ਇਹ ਆ ਕਿ ਜਿਹੜੀ ਸਨਲਾਈਟ ਹੈ ਤੇ ਕਲੋਰੋਫਿਲ ਆ, ਇਹਦੀ ਪ੍ਰੈਜ਼ੈਂਸ ਦੇ ਵਿੱਚ ਇਹ ਰਿਐਕਸ਼ਨ ਕੈਮੀਕਲ ਸਿੰਬਲਸ ਦੇ ਤੌਰ ਤੇ ਲਿਖਤਾ। ਜਿਹੜੀ ਚੀਜ਼ ਮੈਂ ਉੱਪਰ ਲਿਖੀ ਸੇਮ ਚੀਜ਼ ਮੈਂ ਨੀਚੇ ਲਿਖੀ, ਬਟ ਇਹਨੂੰ ਮੈਂ ਕਹੂੰਗਾ ਕੈਮੀਕਲ ਇਕੁਏਸ਼ਨ। ਠੀਕ ਹੈ, ਤਾਂ ਇਹਦਾ ਮਤਲਬ ਇੱਥੋਂ ਤੁਹਾਨੂੰ ਇੱਕ ਚੀਜ਼ ਹੋਰ ਪਤਾ ਲੱਗ ਗਈ, ਕੈਮੀਕਲ ਇਕੁਏਸ਼ਨ ਕਿਉਂ ਲਿਖੀ ਜਾਣੀ ਚਾਹੀਦੀ ਆ? ਕਿਉਂਕਿ ਕੈਮੀਕਲ ਇਕੁਏਸ਼ਨ ਨਾ ਇੱਕ ਬਹੁਤ ਵੱਡੇ ਪੈਰੇ ਨੂੰ ਇੱਕ ਲਾਈਨ ਦੇ ਵਿੱਚ ਕੀ ਕਰ ਸਕਦੀ ਆ? ਸਮੇਟ ਸਕਦੀ ਆ। ਜਿਵੇਂ ਇਹਨੇ ਸਮੇਟ ਤਾਂ ਦੇਖੋ, ਉੱਪਰ ਕਿੰਨੀਆਂ ਲਾਈਨਾਂ ਸੀ? 4 ਲਾਈਨਾਂ, 5 ਸੀਗੀਆਂ। ਨੀਚੇ ਕਿੰਨੀ ਲਾਈਨ ਆ? 1 ਲਾਈਨ। ਬਟ ਗੱਲ ਇਹ 'ਚ ਵੀ ਉਹੀ ਕਹੀ ਗਈ ਆ, ਗੱਲ ਉਹ 'ਚ ਵੀ ਉਹੀ ਕਹੀ ਗਈ ਆ। ਠੀਕ ਹੈ, ਇਹ ਰਿਐਕਸ਼ਨ ਕੀ ਹੈ? ਇਹ ਤੁਹਾਨੂੰ 10th ਲੈਵਲ ਦੀ ਰਿਐਕਸ਼ਨ ਹੈ। ਹੁਣ ਯਾਦ ਕਰਨੀ ਆ, ਹੁਣ ਯਾਦ ਕਰ ਲਓ। ਠੀਕ ਹੈ, ਅੱਗੇ ਯਾਦ ਕਰਨੀ ਆ ਤਾਂ ਬੇਟਾ ਅੱਗੇ ਯਾਦ ਕਰ ਲਿਓ। ਨੈਕਸਟ ਇਹਦੀ ਮੈਂ ਵਰਡ ਇਕੁਏਸ਼ਨ ਲਿਖੀ ਆ, ਦੂਜੀ ਮੈਂ ਇਹਦੀ ਕੀ ਲਿਖੀ ਆ? ਵਰਡ ਇਕੁਏਸ਼ਨ। ਦਿਸ ਇਜ਼ ਨੋਨ ਐਜ਼ ਵਰਡ ਇਕੁਏਸ਼ਨ। ਕਾਰਬਨ ਡਾਈਆਕਸਾਈਡ ਪਲਸ ਵਾਟਰ, एरोहेड, ऊपर सनलाइट, नीचे क्लोरोफिल, गिव राइज टू ग्लूकोज प्लस ऑक्सीजन गैस। दिस इज द वर्ड इक्वेशन ऑफ दैट रिएक्शन। पर जी तुहानू बुक च दी हुई आ वो आ लिखी हुई है। ठीक है, कार्बन डाइऑक्साइड प्लस वाटर, एरो, सनलाइट, क्लोरोफिल, इन द प्रेजेंस ऑफ सनलाइट एंड क्लोरोफिल, गिव राइज टू कार्बोहाइड्रेट। हुण बेटा कार्बोहाइड्रेट की होया? कार्बोहाइड्रेट इज नथिंग बट ग्लूकोज। ग्लूकोज इज काइंड ऑफ कार्बोहाइड्रेट। बेटा कार्बोहाइड्रेट की हुंदे ने? Carbohydrate are the products which are made up of, or chemicals which are made up of carbon मतलब कार्बो, हाइड्रोजन मतलब हाइड्रो, हाइड। ठीक है, रेट, रेट मतलब जिथे हाइड्रेट आ जाए ना, ਉਹਦਾ मतलब ਹੁੰਦਾ ऑक्सीजन इंक्लूडेड। ठीक है, ਉਹਦਾ मतलब की होगा ऑक्सीजन इंक्लूडेड। ਤਾਂ कार्बोहाइड्रेट्स ਦਾ मतलब की होया? कार्बन, हाइड्रोजन ਤੇ ऑक्सीजन द्वारा बने ਕੈਮੀਕਲਸ ਨੂੰ ਆਪਾਂ ਕਾਰਬੋਹਾਈਡਰੇਟਸ ਕਹਿੰਦੇ ਆ। ਇਹਦੀ ਐਗਜ਼ਾਮਪਲ ਕੀ ਆ ਗਈ? ਉੱਪਰ ਦਿੱਤੀ ਆ ਮੈਂ ਤੁਹਾਨੂੰ, C6H12O6 ਗਲੂਕੋਸ। ਠੀਕ ਹੈ, ਪਲੱਸ ਆਕਸੀਜਨ। ਤਾਂ ਦਿਸ ਹੋਲ ਰਿਐਕਸ਼ਨ ਇਜ਼ ਸੇਮ, ਆਪਾਂ ਕਹਿੰਦੇ ਸਿਨੋਪਸਿਸ ਆਫ ਆਟੋਟ੍ਰੋਫਿਕ ਨਿਊਟ੍ਰੀਸ਼ਨ। ਠੀਕ ਹੈ, ਤੇ ਜਿਹੜੀ ਇਹ ਪ੍ਰੋਸੈਸ ਹੈ, ਇਹ ਸਾਰੀ ਆਟੋਟ੍ਰੋਫਿਕ ਨਿਊਟ੍ਰੀਸ਼ਨ ਦੀ ਪ੍ਰੋਸੈਸ ਹੈ, ਇਹਨੂੰ ਆਪਾਂ ਕਹਿੰਦੇ ਆ ਫੋਟੋਸਿੰਥਸਿਸ। ਦਿਸ ਪ੍ਰੋਸੈਸ ਇਜ਼ ਕਾਲਡ ਫੋਟੋਸਿੰਥਸਿਸ। ਠੀਕ ਹੈ, ਤਾਂ ਫੋਟੋਸਿੰਥਸਿਸ ਨੂੰ ਡਿਫਾਈਨ ਕਰ ਲੈਂਦੇ ਇੱਕ ਵਾਰ ਆਪਾਂ। ਡਿਫਾਈਨ ਫੋਟੋਸਿੰਥਸਿਸ। ਦੇਖੋ ਬੇਟਾ, ਜਿਹੜਾ ਤਾਂ ਆਟੋਟ੍ਰੋਫਿਕ ਸੀ ਉਹ ਤਾਂ ਮੋਡ ਆਫ ਨਿਊਟ੍ਰੀਸ਼ਨ ਸੀ। ਫੋਟੋਸਿੰਥਸਿਸ ਇੱਕ ਪ੍ਰੋਸੈਸ ਆ ਜਿਹੜੀ ਆਟੋਟ੍ਰੋਫ ਦੇ ਵਿੱਚ ਯੂਜ਼ ਕੀਤੀ ਜਾਂਦੀ ਆ। ਤਾਂ ਫੋਟੋਸਿੰਥਸਿਸ ਸੇਮ ਚੀਜ਼ ਆ, ਬਟ ਉੱਥੇ ਇੱਕ ਸ਼ਬਦ ਦਾ ਫਰਕ ਪੈ ਗਿਆ। ਫੋਟੋਸਿੰਥਸਿਸ ਇਜ਼ ਅ ਪ੍ਰੋਸੈਸ by which plants prepare their own food using water and carbon dioxide in the presence of sunlight and chlorophyll। ਕਹਿੰਦਾ ਫੋਟੋਸਿੰਥਸਿਸ ਇੱਕ ਐਸੀ ਕਿਰਿਆ ਜਿਹਦੇ ਵਿੱਚ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਨੇ। ਕਿਹਦੀ ਹੈਲਪ ਨਾਲ? ਪਾਣੀ ਅਤੇ ਕਾਰਬਨ ਡਾਈਆਕਸਾਈਡ ਦੀ ਹੈਲਪ ਨਾਲ। ਇਨ ਦਾ ਪ੍ਰੈਜ਼ੈਂਸ ਆਫ, ਕਿਹਦੀ ਮੌਜੂਦਗੀ ਦੇ ਵਿੱਚ? ਸਨਲਾਈਟ ਤੇ ਕਲੋਰੋਫਿਲ ਦੀ ਮੌਜੂਦਗੀ ਦੇ ਵਿੱਚ। ਠੀਕ ਹੈ ਜੀ, ਤਾਂ ਇੱਥੇ ਵੀ ਤੁਸੀਂ ਸੇਮ ਰਿਐਕਸ਼ਨ ਲਿਖ ਸਕਦੇ ਹੋ ਜਿਹੜੀ ਤੁਸੀਂ ਇਹ ਰਿਐਕਸ਼ਨ ਲਿਖੀ ਹੈ। ਠੀਕ ਹੈ, ਨਾਓ ਫੋਟੋਸਿੰਥਸਿਸ। ਬੇਟਾ ਇਹ ਸ਼ਬਦ ਕਿਵੇਂ ਬਣਿਆ? ਫੋਟੋ, ਫੋਟੋ ਦਾ ਮਤਲਬ ਹੁੰਦਾ ਗ੍ਰੀਕ ਦੇ ਵਿੱਚ ਲਾਈਟ। ਲਾਈਟ ਨੂੰ ਆਪਾਂ ਫੋਟੋ ਬੋਲਦੇ ਹਾਂ। ਠੀਕ ਹੈ, ਫੋਟੋਨ ਬੋਲਦੇ ਹਾਂ ਬੇਸਿਕਲੀ। ਹਾਈਅਰ ਕਲਾਸਿਸ ਦੇ ਵਿੱਚ ਪੜ੍ਹੋਗੇ ਫੋਟੋਨ ਇਜ਼ ਲਾਈਟ। ਠੀਕ ਹੈ, ਤਾਂ ਫੋਟੋਨ ਸਿੰਥਸਿਸ, ਸਿੰਥਸਿਸ ਦਾ ਮਤਲਬ ਬਣਾਉਣਾ, ਮਤਲਬ ਲਾਈਟ ਨਾਲ ਕੁਛ ਬਣਾਉਣਾ। ਠੀਕ ਹੈ, ਇਹਦੇ ਵਿੱਚ ਮੇਨ ਕੰਮ ਲਾਈਟ ਦਾ ਹੀ ਆ, ਕਿਉਂਕਿ ਜੇ ਲਾਈਟ ਨਹੀਂ ਹੋਊਗੀ ਨਾ ਇੱਥੇ ਇਸ ਰਿਐਕਸ਼ਨ ਦੇ ਵਿੱਚ, ਜੇ ਸਨਲਾਈਟ ਨਹੀਂ ਨਾ ਹੋਊਗੀ, ਚਾਹੇ ਕਾਰਬਨ ਡਾਈਆਕਸਾਈਡ ਵੀ ਹੋਵੇ, ਵਾਟਰ ਵੀ ਹੋਵੇ, ਕਲੋਰੋਫਿਲ ਵੀ ਹੋਵੇ, ਪਰ ਕਾਰਬੋਹਾਈਡਰੇਟ ਨਹੀਂ ਬਣੂਗਾ। ਇਸ ਨੂੰ ਆਪਾਂ ਫੋਟੋਸਿੰਥਸਿਸ ਕਿਹਾ। ਹੁਣ ਦੇਖੋ ਫੋਟੋਸਿੰਥਸਿਸ ਦੇ ਵਿੱਚ ਪ੍ਰੋਡਕਟ ਕੀ ਕੀ ਬਣੇ? ਇੱਕ ਤਾਂ ਕਾਰਬੋਹਾਈਡਰੇਟ ਬਣਿਆ, ਇੱਕ ਤਾਂ ਕੀ ਬਣਿਆ? ਕਾਰਬੋਹਾਈਡਰੇਟ। ਦੂਜਾ ਇਹਦਾ ਬਾਏ ਪ੍ਰੋਡਕਟ ਬਣਿਆ। ਇੱਕ ਕੀ ਬਣਿਆ? ਬਾਏ ਪ੍ਰੋਡਕਟ। ਬਾਏ ਪ੍ਰੋਡਕਟ ਦਾ ਮਤਲਬ ਕੀ ਹੁੰਦਾ? ਐਕਸਟਰਾ ਪ੍ਰੋਡਕਟ। ਠੀਕ ਹੈ, ਦੈਟ ਇਜ਼ ਆਕਸੀਜਨ ਗੈਸ, ਜਿਨ੍ਹਾਂ ਦਾ ਪੌਦਿਆਂ ਨੂੰ ਤਾਂ ਘੱਟ ਫਾਇਦਾ, ਇਨਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ। ਇਹਦਾ ਮਤਲਬ ਤੁਸੀਂ ਇੱਕ ਚੀਜ਼ ਦੇਖ ਰਹੇ ਹੋ, ਪੌਦੇ ਜਦੋਂ ਆਪਣਾ ਭੋਜਨ ਤਿਆਰ ਕਰਦੇ ਨੇ ਤਾਂ ਉਹ ਆਕਸੀਜਨ ਗੈਸ ਪੈਦਾ ਕਰਦੇ ਨੇ। ਠੀਕ ਹੈ ਜੀ, ਜਦੋਂ ਪੌਦੇ ਆਪਣਾ ਭੋਜਨ ਤਿਆਰ ਕਰਦੇ ਨੇ ਤਾਂ ਉਹ ਆਕਸੀਜਨ ਗੈਸ ਪੈਦਾ ਕਰਦੇ ਨੇ। ਅਤੇ ਤਿਆਰ ਕਿਵੇਂ ਕਰਦੇ ਨੇ? ਐਵੇਂ ਹੀ ਕਰ ਲੈਂਦੇ ਨੇ। ਦੇਖੋ ਹਵਾ 'ਚੋਂ ਹੀ ਕਾਰਬਨ ਡਾਈਆਕਸਾਈਡ ਲੈ ਲਈ। ਠੀਕ ਹੈ,
ਪਾਣੀ ਮਿੱਟੀ 'ਚੋਂ ਲੈ ਲਿਆ, ਜੜ੍ਹਾਂ 'ਚ ਪਾਉਂਦੇ ਹਾਂ ਨਾ ਆਪਾਂ ਪਾਣੀ, ਠੀਕ ਹੈ। ਉਹ ਕਿਵੇਂ ਗਿਆ ਉੱਪਰ, ਉਹਦੇ ਬਾਰੇ ਵੀ ਆਪਾਂ 7th ਕਲਾਸ ਦੇ ਵਿੱਚ ਡਿਸਕਸ ਕਰਨਾ, 11ਵਾਂ ਚੈਪਟਰ ਆਊਗਾ, ਠੀਕ ਹੈ। ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਇਹਦੇ ਵਿੱਚ ਨਾ ਪਾਈਪ ਲੱਗੀ ਹੁੰਦੀ ਆ ਪੌਦਿਆਂ ਦੇ ਜੜ੍ਹਾਂ ਤੋਂ ਲੈ ਕੇ ਪੱਤਿਆਂ ਤੱਕ, ਉਹਨੂੰ ਆਪਾਂ ਕਹਿੰਦੇ ਹਾਂ ਜ਼ਾਇਲਮ। ਕੀ ਬੋਲਦੇ ਹਾਂ ਉਹਨੂੰ ਆਪਾਂ? ਜ਼ਾਇਲਮ। ਉਹ ਜ਼ਾਇਲਮ ਪਾਈਪ ਆ ਜਿਹੜੀ, ਉਹ ਜਲ ਨੂੰ ਜੜ੍ਹਾਂ ਤੋਂ ਪੱਤਿਆਂ ਤੱਕ ਲੈ ਕੇ ਜਾਂਦੀ ਹੈ, ਠੀਕ ਹੈ। ਕਿਵੇਂ ਲੈ ਕੇ ਜਾਂਦੀ ਆ, ਕੀ ਪ੍ਰੋਸੈਸ ਹੁੰਦਾ, ਉਹ ਆਪਾਂ ਡਿਟੇਲ ਦੇ ਵਿੱਚ ਬਾਅਦ 'ਚ ਡਿਸਕਸ ਕਰਾਂਗੇ। ਹੁਣ ਤੁਸੀਂ ਸਿਰਫ ਕੀ ਯਾਦ ਰੱਖਣਾ, ਜ਼ਾਇਲਮ ਵੈਸਲ। ਵੈਸਲ ਦਾ ਮਤਲਬ ਹੁੰਦਾ ਪਾਈਪ, ਠੀਕ ਹੈ। ਜ਼ਾਇਲਮ ਵੈਸਲ। ਤਾਂ ਬੇਟਾ ਇਹ ਕੀ ਕਰਦੇ ਨੇ, ਬਾਏ ਪ੍ਰੋਡਕਟ ਇਹਦਾ ਆਕਸੀਜਨ ਗੈਸ ਹੈ। ਰਾ ਮਟੀਰੀਅਲ ਫॉर ਫੋਟੋਸਿੰਥਸਿਸ ਕੀ ਨੇ? ਕਾਰਬਨ ਡਾਈਆਕਸਾਈਡ, ਵਾਟਰ ਅਤੇ ਕਲੋਰੋਫਿਲ। ਇਹ ਰਾ ਮਟੀਰੀਅਲ ਨੇ। ਅਸੈਂਸ਼ੀਅਲ ਥਿੰਗ ਕੀ ਆ? ਸਨਲਾਈਟ। ਅਸੈਂਸ਼ੀਅਲ ਥਿੰਗ ਕੀ ਆ? ਸਨਲਾਈਟ, ਠੀਕ ਹੈ ਜੀ। ਤਾਂ ਇਹ ਲਿਖ ਲਓ ਆਪਦਾ। ਨੈਕਸਟ, ਫਰੋਮ ਵੇਅਰ ਪਲਾਂਟਸ ਗੈਟ, ਕਹਿੰਦਾ ਪਲਾਂਟ ਐਟਮੋਸਫੀਅਰ ਤੋਂ ਹੀ ਪ੍ਰਾਪਤ ਕਰਦੇ ਨੇ, ਆਪਣੀ ਨੇਚਰ 'ਚੋਂ ਹੀ ਪ੍ਰਾਪਤ ਕਰਦੇ ਨੇ, ਕੁਦਰਤੀ ਹੈਗੀ ਆ ਆਪਣੇ ਇਹ। ਵਾਟਰ ਫਰੋਮ ਸੋਇਲ, ਠੀਕ ਹੈ, ਮਿੱਟੀ 'ਚੋਂ ਪਾਣੀ, ਕਿਉਂਕਿ ਆਪਾਂ ਉਹਨਾਂ ਨੂੰ ਪਾਣੀ ਪਾਉਂਦੇ ਹਾਂ, ਜਾਂ ਫਿਰ ਉਹਨਾਂ ਦੀਆਂ ਜੜ੍ਹਾਂ ਡੂੰਘੀਆਂ ਚਲੀਆਂ ਜਾਂਦੀਆਂ ਨੇ ਜਿੱਥੇ ਉਹ ਮਿੱਟੀ 'ਚੋਂ ਪਾਣੀ ਸੋਖ ਸਕਦੀਆਂ ਨੇ। ਕਲੋਰੋਫਿਲ, ਕਲੋਰੋਫਿਲ ਜਿਹੜਾ ਇਹਦੀ ਰਾ ਮਟੀਰੀਅਲ ਵਾਂਗੂ ਹੀ ਕੰਮ ਕਰਦਾ। ਉਹ ਕਿੱਥੇ ਹੁੰਦਾ? ਉਹ ਪੱਤਿਆਂ ਦੇ ਵਿੱਚ ਹੁੰਦਾ, ਹਰੇ ਰੰਗ ਦਾ ਪਿਗਮੈਂਟ ਹੁੰਦਾ, ਠੀਕ ਹੈ। ਤਾਂ ਹੀ ਪੱਤਿਆਂ ਦਾ ਰੰਗ ਹਰਾ ਹੁੰਦਾ। ਇਹ ਇਕੱਲੇ ਪੱਤਿਆਂ 'ਚ ਨਹੀਂ ਹੁੰਦਾ, ਜਿੱਥੇ ਜਿੱਥੇ ਹਰਾ ਰੰਗ ਹੈ ਕਿਸੇ ਪਲਾਂਟ ਦਾ, ਉੱਥੇ ਉੱਥੇ ਤੁਹਾਨੂੰ ਕਲੋਰੋਫਿਲ ਮਿਲ ਜੂਗੀ। ਕਈ ਪਲਾਂਟ ਐਸੇ ਹੁੰਦੇ ਨੇ ਜਿਨ੍ਹਾਂ ਦੇ ਤਣੇ ਕੀ ਹੁੰਦੇ ਨੇ, ਜਿਨ੍ਹਾਂ ਦੇ ਸਟੈਮਸ ਕੀ ਹੁੰਦੇ ਨੇ, ਹਰੇ ਹੁੰਦੇ ਨੇ। ਇਹਦਾ ਮਤਲਬ ਉਹਨਾਂ ਦੇ ਸਟੈਮਸ ਵੀ ਕੀ ਪ੍ਰਪੇਅਰ ਕਰ ਸਕਦੇ ਨੇ? ਫੂਡ ਪ੍ਰਪੇਅਰ ਕਰ ਸਕਦੇ ਨੇ, ਠੀਕ ਹੈ। ਕਈ ਪੌਦੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਪੱਤੇ ਨਹੀਂ ਹੁੰਦੇ, ਕੰਡੇ ਹੁੰਦੇ ਨੇ। ਫੋਰ ਐਗਜ਼ਾਮਪਲ ਕੈਕਟਸ। ਕੈਕਟਸ ਬੇਟਾ ਇੱਕ ਇਹੋ ਜਿਹਾ ਪੌਦਾ ਜਿਹਦੇ ਪੱਤੇ ਨਹੀਂ ਹੈਗੇ, ਕੰਡੇ ਨੇਗੇ। ਤੁਸੀਂ ਦੇਖਿਆ ਹੋਊਗਾ ਮਿੱਟੀ ਵਾਲੇ ਏਰੀਆ 'ਚ ਜਿੱਥੇ ਪਾਣੀ ਘੱਟ ਹੁੰਦਾ ਅਤੇ ਰੇਤਲੀ ਮਿੱਟੀ ਹੁੰਦੀ ਆ, ਉੱਥੇ ਇੱਕ ਐਸਾ ਪੌਦਾ ਹੁੰਦਾ ਜਿਹੜਾ ਸਾਰਾ ਹੀ ਹਰਾ ਹੁੰਦਾ ਅਤੇ ਉਹਦੇ ਕੰਡੇ ਉੱਗੇ ਹੁੰਦੇ ਨੇ। ਦੈਟ ਇਜ਼ ਕੈਕਟਸ। ਤਾਂ ਇਹ ਕੀ, ਉਹ ਆਪਦਾ ਭੋਜਨ ਆਪ ਤਿਆਰ ਕਿਵੇਂ ਕਰਦਾ ਗਾ? ਬੇਟਾ ਦੇਖੋ, ਉਹਦੀ ਪੂਰੀ ਬੋਡੀ ਹਰੀ ਆ, ਠੀਕ ਹੈ, ਅਤੇ ਜਿਹੜੇ ਉਹਦੇ ਪੱਤੇ ਨੇ ਉਹ ਹੈ ਨਹੀਂ ਗੇ। ਬੇਸਿਕਲੀ ਉਹਦੇ ਪੱਤਿਆਂ ਨੇ ਕੰਡਿਆਂ ਦਾ ਰੂਪ ਲੈ ਲਿਆ। ਉਹਦੇ ਪੱਤਿਆਂ ਨੇ ਕਿਹਦਾ ਰੂਪ ਲੈ ਲਿਆ? ਕੰਡਿਆਂ ਦਾ ਰੂਪ ਲੈ ਲਿਆ। ਕਿਉਂ ਲੈ ਲਿਆ? ਇਹਦੇ ਬਾਰੇ ਆਪਾਂ ਜਦੋਂ ਇਹ ਡਿਸਕਸ ਕਰਾਂਗੇ ਵੀ ਗੈਸਿਸ, ਕਾਰਬਨ ਡਾਈਆਕਸਾਈਡ ਅੰਦਰ ਕਿਵੇਂ ਆਉਂਦੀ ਆ ਅਤੇ ਆਕਸੀਜਨ ਬਾਹਰ ਕਿਵੇਂ ਜਾਂਦੀ ਆ, ਉਹਦੇ ਬਾਰੇ ਡਿਸਕਸ ਕਰਾਂਗੇ। ਤਾਂ ਮੈਂ ਤੁਹਾਨੂੰ ਦੱਸੂਗਾ ਕਿ ਰੇਗਿਸਤਾਨ 'ਚ ਜਿੰਨੇ ਵੀ ਬੂਟੇ ਨੇ, ਠੀਕ ਹੈ, ਜਿੰਨੇ ਵੀ ਬੂਟੇ ਨੇ ਉਹਨਾਂ ਦੇ ਪੱਤੇ ਕਿਉਂ ਹੁੰਦੇ, ਕੰਡੇ ਜ਼ਿਆਦਾ ਕਿਉਂ ਹੁੰਦੇ ਨੇ, ਠੀਕ ਹੈ। ਲੀਵਸ ਬੇਟਾ ਐ ਨਹੀਂ ਵੀ ਲੀਵਸ ਇਕੱਲੇ ਪੱਤੇ ਨੇ, ਪੱਤਿਆਂ ਦੇ ਵਿੱਚ ਬਹੁਤ ਕੁਛ ਆ ਅੱਗੇ, ਠੀਕ ਹੈ। ਆਪਾਂ ਮਾਈਕਰੋਸਕੋਪ ਨਾਲ ਦੇਖੀਏ, ਇਲੈਕਟ੍ਰੋਨ ਮਾਈਕਰੋਸਕੋਪ ਨਾਲ ਦੇਖੀਏ ਤਾਂ ਬਹੁਤ ਕੁਛ ਆ ਪੱਤਿਆਂ ਦੇ ਵਿੱਚ। ਇਹ ਹਾਈਅਰ ਕਲਾਸਿਸ ਵਾਸਤੇ ਆ ਜਿਹੜਾ ਮੈਂ ਬਾਕਸ ਬਣਾਇਆ। ਲੀਵਸ ਦੇ ਵਿੱਚ ਬੇਟਾ ਕਲੋਰੋਪਲਾਸਟ ਹੁੰਦੇ ਨੇ। ਲੀਵਸ ਦੇ ਵਿੱਚ ਇੱਕ ਨਾ ਬੈਗ ਹੁੰਦਾ, ਬੈਗ, ਛੋਟੇ ਛੋਟੇ ਬੈਗ ਹੁੰਦੇ ਨੇ, ਕਰੋੜਾਂ, ਲੱਖਾਂ, ਅਰਬਾਂ ਬੈਗ ਹੁੰਦੇ ਨੇ, ਠੀਕ ਹੈ। ਉਹਨਾਂ ਨੂੰ ਆਪਾਂ ਕਲੋਰੋਪਲਾਸਟ ਕਹਿੰਦੇ ਹਾਂ, ਠੀਕ ਹੈ ਜੀ। ਉਹ ਕਲੋਰੋਪਲਾਸਟ ਦੇ ਵਿੱਚ ਅੱਗੇ ਜਾ ਕੇ ਪਲੇਟਾਂ ਪਈਆਂ ਹੁੰਦੀਆਂ ਨੇ। ਦੇਖੋ ਸਾਇੰਸ ਨੇ ਕਿੰਨੀ ਤਰੱਕੀ ਕੀਤੀ ਆ, ਸਾਇੰਸ ਨੇ ਉਹ ਪਲੇਟਾਂ ਵੀ ਦੇਖ ਲਈਆਂ, ਠੀਕ ਹੈ। ਉਹ ਪਲੇਟਾਂ ਦੇ ਵਿੱਚ ਕਲੋਰੋਫਿਲ ਹੁੰਦਾ, ਠੀਕ ਹੈ। ਇੱਕ ਬੈਗ ਹੈ, ਉਹਦੇ ਵਿੱਚ ਪਲੇਟਸ ਪਈਆਂ ਨੇਗੀਆਂ ਜਿਨ੍ਹਾਂ ਨੂੰ ਆਪਾਂ ਗ੍ਰੈਨਾ ਬੋਲਦੇ ਹਾਂ। ਬੈਗ ਨੂੰ ਕਲੋਰੋਪਲਾਸਟ ਬੋਲਦੇ ਹਾਂ, ਉਹਨੂੰ ਗ੍ਰੈਨਾ ਬੋਲਦੇ ਹਾਂ। ਗ੍ਰੈਨਾ ਦੇ ਉੱਤੇ ਕਲੋਰੋਫਿਲ ਪਿਆ ਹੁੰਦਾ ਗਾ, ਠੀਕ ਹੈ। ਤਾਂ ਇਹ ਤੁਸੀਂ 9th ਜਾਂ 10th ਕਲਾਸ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰੋਗੇ ਇਹਨਾਂ ਨੂੰ, ਠੀਕ ਹੈ। ਜੇ ਤੁਸੀਂ ਅੱਗੇ ਸਾਇੰਸ ਲਵੋਗੇ ਨਾ +1 +2 'ਚ, ਫਿਰ ਤਾਂ ਬਹੁਤ ਹੀ ਜ਼ਿਆਦਾ ਡਿਟੇਲ 'ਚ ਚਲੇ ਜਾਓਗੇ ਇਹਦੇ ਵਿੱਚ, ਠੀਕ ਹੈ। ਤਾਂ ਤੁਹਾਨੂੰ ਹੋਰ ਬਹੁਤ ਕੁਛ ਪਤਾ ਲੱਗੂਗਾ। ਫਿਲਹਾਲ ਮੈਂ ਤੁਹਾਨੂੰ ਇਹ ਚੀਜ਼ਾਂ ਤਾਂ ਦੱਸ ਰਿਹਾ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਨਾ, ਜਦੋਂ ਤੁਸੀਂ ਅੱਗੇ ਜਾਓ 9th 10th ਦੇ ਵਿੱਚ, ਤੁਹਾਨੂੰ ਇਹ ਚੀਜ਼ਾਂ ਅਜੀਬ ਨਾ ਲੱਗਣ ਵੀ ਯਾਰ ਵੀ ਇਹ ਤਾਂ ਨਵੀਂ ਚੀਜ਼ ਆ ਗਈ। ਨਹੀਂ, ਤੁਸੀਂ ਕਹੋਗੇ ਹਾਂ 7th 'ਚ ਸਾਨੂੰ ਦੱਸਤਾ ਸੀਗਾ, ਬਟ ਅਸੀਂ ਯਾਦ, ਥੋੜ੍ਹੀ ਮਰਜ਼ੀ ਆ, ਤੁਸੀਂ ਇਹ ਚੀਜ਼ ਕਰੋ ਨਾ ਕਰੋ, ਬਟ ਮੈਂ ਤੁਹਾਨੂੰ ਇੱਕ ਵਾਰ ਦੱਸ ਜ਼ਰੂਰ ਦਿੰਦਾ ਵੀ ਇਹ ਚੀਜ਼ ਵੀ ਆਊਗੀ ਅੱਗੇ, ਠੀਕ ਹੈ। ਤਾਂ ਇਹ ਚੀਜ਼ ਆਪਾਂ ਇੱਥੋਂ ਅੱਗੇ ਚੱਲਦੇ ਹਾਂ। ਦਿਸ ਇਜ਼ ਫॉर ਹਾਇਰ ਕਲਾਸਿਸ, ਬਟ ਹੁਣ ਤੁਸੀਂ ਯਾਦ ਹੀ ਰੱਖਣਾ ਵੀ ਜਿਹੜੇ ਕਲੋਰੋਫਿਲ ਨੇ ਉਹ ਗ੍ਰੀਨ ਪਾਰਟ ਆਫ ਲੀਵਸ ਦੇ ਵਿੱਚ ਪ੍ਰੈਜੈਂਟ ਹੁੰਦੇ ਨੇ, ਠੀਕ ਹੈ ਬੇਟਾ। ਨੈਕਸਟ, ਹੁਣ ਆਪਾਂ ਗੱਲ ਕਰਦੇ ਹਾਂ ਹਾਊ ਡੂ ਪਲਾਂਟ ਗੈਟ ਕਾਰਬਨ ਡਾਈਆਕਸਾਈਡ। ਪਲਾਂਟ ਕਾਰਬਨ ਡਾਈਆਕਸਾਈਡ ਕਿਵੇਂ ਲੈਂਦੇ ਨੇ? ਪੁੱਤ ਪਲਾਂਟਸ ਹੁੰਦੇ ਨੇ ਨਾ ਜਿਹੜੇ, ਇਹਨਾਂ ਦੇ ਪੱਤਿਆਂ ਦੇ ਹੇਠਲੇ ਪਾਸੇ, ਨਿਚਲੇ ਪਾਸੇ, ਲੋਅਰ ਸਾਈਡ 'ਤੇ,
ਛੋਟੇ ਛੋਟੇ ਪੋਰਸ ਹੁੰਦੇ ਨੇ। ਉਹ ਛੋਟੇ ਛੋਟੇ ਪੋਰਸ ਨੂੰ ਆਪਾਂ ਕੀ ਕਹਿੰਦੇ, ਜਿਵੇਂ ਖੁੱਲ੍ਹਦੇ ਨੇ ਤੇ ਬੰਦ ਹੁੰਦੇ ਨੇ, ਖੁੱਲ੍ਹਦੇ ਨੇ ਤੇ ਬੰਦ ਹੁੰਦੇ ਨੇ। ਜਦੋਂ ਖੁੱਲ੍ਹੇ ਹੁੰਦੇ ਨੇ ਉਦੋਂ ਕਾਰਬਨ ਡਾਈਆਕਸਾਈਡ ਅੰਦਰ ਜਾਂਦੀ ਆ, ਆਕਸੀਜਨ ਗੈਸ ਬਾਹਰ ਨਿਕਲਦੀ ਆ। ਠੀਕ ਹੈ। ਜਦੋਂ ਉਹ ਬੰਦ ਹੁੰਦੇ ਨੇ ਉਦੋਂ ਕੋਈ ਗੈਸਿਸ ਦਾ ਐਕਸਚੇਂਜ ਨਹੀਂ ਹੁੰਦਾ। ਦੇयर ਇਜ਼ ਨੋ ਐਕਸਚੇਂਜ ਆਫ ਗੈਸਿਸ। ਹੁਣ ਤੁਸੀਂ ਕਹੋਗੇ ਸਰ ਉਹ ਖੁੱਲ੍ਹਦੇ ਤੇ ਬੰਦ ਕਿਵੇਂ ਹੁੰਦੇ ਨੇ? ਠੀਕ ਹੈ। ਤਾਂ ਬੇਟਾ ਉਹ ਖੁੱਲ੍ਹਦੇ ਤੇ ਬੰਦ ਹੁੰਦੇ ਨੇ, ਉਹਦੇ ਆਲੇ ਦੁਆਲੇ ਆ ਇਸ ਤਰ੍ਹਾਂ ਦੇ ਨਾ ਬੀਨ ਸ਼ੇਪ, ਇਹਨਾਂ ਨੂੰ ਆਪਾਂ ਬੀਨ ਸ਼ੇਪ ਕਹਿੰਦੇ ਹਾਂ। ਜਿਹੜੀ ਆ ਸ਼ੇਪ ਆ ਨਾ, ਗਾਰਡ ਸੈੱਲ ਲਿਖਿਆ ਹੋਇਆ ਨਾ ਮੈਂ ਇੱਥੇ, ਗਾਰਡ ਸੈੱਲ, ਇਹ ਬੀਨ ਸ਼ੇਪਡ ਗਾਰਡ ਸੈੱਲ ਹੁੰਦੇ ਨੇ। ਕੀ ਹੁੰਦੇ ਨੇ? ਬੀਨ ਸ਼ੇਪਡ ਗਾਰਡ ਸੈੱਲ। ਇਹ ਗਾਰਡ ਸੈੱਲ ਬੇਟਾ ਜਦੋਂ ਤਾਂ ਪਾਣੀ ਨਾਲ ਭਰ ਜਾਂਦੇ ਨੇ, ਹੁਣ ਦੇਖੋ ਨੀਚੋਂ ਜੜ੍ਹਾਂ ਚੋਂ ਪਾਣੀ ਆਇਆ, ਪੱਤਿਆਂ ਤੱਕ ਪਹੁੰਚਿਆ, ਪੱਤਿਆਂ ਤੋਂ ਪਾਣੀ ਗਾਰਡ ਸੈੱਲ ਤੱਕ ਪਹੁੰਚਿਆ। ਗਾਰਡ ਸੈੱਲ ਜਦੋਂ ਪਾਣੀ ਨਾਲ ਭਰ ਗਏ ਉਦੋਂ ਇਹ ਜਿਹੜਾ ਸਟੋਮੈਟਾ ਗਾ ਉਹ ਖੁੱਲ੍ਹ ਜੂਗਾ। ਸਟੋਮੈਟਾ ਕੀ ਹੋ ਜੂਗਾ? ਖੁੱਲ੍ਹ ਜੂਗਾ। ਜਦੋਂ ਇਹਨਾਂ ਚੋਂ ਪਾਣੀ ਉੜ ਗਿਆ, ਇਹਨਾਂ ਚੋਂ ਫਿਰ ਪਾਣੀ ਉੜੂਗਾ। ਠੀਕ ਹੈ। ਕਿਉਂਕਿ ਜਦੋਂ ਜ਼ਿਆਦਾ ਪਾਣੀ ਹੋ ਜੂਗਾ ਫਿਰ ਪਾਣੀ ਦਾ ਇਵੈਪੋਰੇਸ਼ਨ ਹੋਣੀ ਸ਼ੁਰੂ ਹੋ ਜੂਗੀ। ਉਹਨੂੰ ਆਪਾਂ ਪ੍ਰੈਸਪਾਇਰੇਸ਼ਨ ਬੋਲਦੇ ਹਾਂ। ਕੀ ਬੋਲਦੇ ਹਾਂ? ਪ੍ਰੈਸਪਾਇਰੇਸ਼ਨ। ਇਹ ਮੈਂ ਲਿਖਿਆ ਹੋਇਆ ਇਹਦੇ ਵਿੱਚ ਨੋਟਸ ਦੇ ਵਿੱਚ, ਤਾਂ ਉਹ ਦੇਖ ਲਿਓ ਤੁਸੀਂ। ਠੀਕ ਹੈ। ਪ੍ਰੈਸਪਾਇਰੇਸ਼ਨ। ਬੇਟਾ ਪ੍ਰੈਸਪਾਇਰੇਸ਼ਨ ਹੋਣੀ ਸ਼ੁਰੂ ਹੋ ਜੂਗੀ ਤੇ ਤਾਂ ਉਹ ਕੀ ਹੋ ਜਾਣਗੇ? ਉਹ ਖਾਲੀ ਹੋ ਜਾਣਗੇ ਪਾਣੀ ਤੋਂ ਤੇ ਉਹ ਪਿਚਕ ਜਾਣਗੇ। ਗਾਰਡ ਸੈੱਲ ਪਿਚਕ ਗਏ। ਪਿਚਕ ਕੇ ਕੀ ਹੋਊਗਾ? ਜਿਹੜਾ ਸਟੋਮੈਟਾ, ਜਿਹੜਾ ਇਹਦੇ ਵਿਚਾਲੇ ਪੋਰ ਹੈ, ਉਹ ਬੰਦ ਹੋ ਜੂਗਾ। ਤਾਂ ਇਸ ਤਰ੍ਹਾਂ ਨਾਲ ਸਟੋਮੈਟਾ ਖੁੱਲ੍ਹਦੇ ਤੇ ਬੰਦ ਹੁੰਦੇ ਨੇ। ਠੀਕ ਹੈ। ਇਹ ਦੋਨੇ ਇਕੱਠਾ ਕੰਮ ਕਰਦੇ ਨੇ। ਗਾਰਡ ਸੈੱਲ ਜਦੋਂ ਫੁੱਲ ਗਏ ਉਦੋਂ ਸਟੋਮੈਟਾ ਖੁੱਲ੍ਹ ਗਿਆ। ਗਾਰਡ ਸੈੱਲ ਫੁੱਲ ਗਿਆ, ਸਟੋਮੈਟਾ ਖੁੱਲ੍ਹ ਗਿਆ। ਗਾਰਡ ਸੈੱਲ ਫੁੱਲ ਗਿਆ, ਸਟੋਮੈਟਾ ਖੁੱਲ੍ਹ ਗਿਆ। ਠੀਕ ਹੈ। ਯਾਦ ਰੱਖਿਓ, ਇਹ ਵੱਡੀਆਂ ਕਲਾਸਾਂ 'ਚ ਬੜਾ ਯੂਜ਼ ਹੋਊਗਾ। ਉੱਥੇ ਬੱਚੇ ਕਨਫਿਊਜ਼ ਹੋ ਜਾਂਦੇ ਨੇ ਵੀ ਗਾਰਡ ਸੈੱਲ ਫੁੱਲਣ ਨਾਲ ਸਟੋਮੈਟਾ ਖੁੱਲੂਗਾ ਜਾਂ ਗਾਰਡ ਸੈੱਲ ਪਿਚਕ ਹੀ ਸਟੋਮੈਟਾ ਖੁੱਲੂਗਾ। ਉਦੋਂ ਬਾਅਦ ਜਦੋਂ ਪਾਣੀ ਇਹ ਚੋਂ ਨਿਕਲ ਜੂਗਾ, ਬਾਹਰ ਉੱਡ ਗਿਆ ਪਾਣੀ, ਠੀਕ ਹੈ, ਤਾਂ ਕੀ ਹੋਊਗਾ? ਸਟੋਮੈਟਾ ਬੰਦ ਹੋ ਜੂਗਾ। ਤੁਸੀਂ ਧਿਆਨ ਦਿੱਤਾ ਕਦੇ, ਜਦੋਂ ਵੀ ਤੁਸੀਂ ਕਿਸੇ ਪੌਦੇ ਥੱਲੇ ਖੜ੍ਹੇ ਹੁੰਦੇ ਹੋ, ਵੱਡੇ ਦਰਖਤ ਥੱਲੇ, ਫੋਰ ਐਗਜ਼ਾਮਪਲ ਅੰਬ ਥੱਲੇ, ਪਿੱਪਲ ਥੱਲੇ, ਬੋਹੜ ਥੱਲੇ, ਤੁਹਾਨੂੰ ਠੰਡੀ ਹਵਾ ਮਹਿਸੂਸ ਹੁੰਦੀ ਆ ਨਾ, ਠੰਡੀ ਹਵਾ ਮਹਿਸੂਸ। ਉਹ ਠੰਡੀ ਹਵਾ ਕਿਉਂ ਮਹਿਸੂਸ ਹੁੰਦੀ ਹੈ? ਜਦਕਿ ਆਲੇ ਦੁਆਲੇ ਤਾਂ ਧੁੱਪ ਹੀ ਧੁੱਪ ਹੁੰਦੀ ਆ, ਗਰਮੀ ਹੁੰਦੀ ਆ। ਬੇਟਾ ਉਹ ਠੰਡੀ ਹਵਾ ਤਾਂ ਹੀ ਮਹਿਸੂਸ ਹੁੰਦੀ ਆ ਕਿਉਂਕਿ ਜਿਹੜੇ ਉਹਦੇ ਪੱਤੇ ਨੇ ਉਹ ਲਗਾਤਾਰ ਪ੍ਰੈਸਪਾਇਰੇਸ਼ਨ ਕਰ ਰਹੇ ਨੇ, ਉਹ ਲਗਾਤਾਰ ਆਪਦੇ ਵਿੱਚੋਂ ਪਾਣੀ ਬਾਹਰ ਕੱਢਦੇ ਰਹਿੰਦੇ ਨੇ। ਤਾਂ ਹੀ ਪੌਦੇ ਨੂੰ ਲਗਾਤਾਰ ਪਾਣੀ ਦੀ ਲੋੜ ਪੈਂਦੀ ਆ, ਤਾਂ ਕਿ ਪ੍ਰੈਸਪਾਇਰੇਸ਼ਨ ਹੋਵੇ ਅਤੇ ਨਾਲ ਦੀ ਨਾਲ ਸਟੋਮੈਟਾ ਖੁੱਲ੍ਹਣ ਬੰਦ ਹੋਣ, ਖੁੱਲ੍ਹਣ ਅਤੇ ਬੰਦ ਹੋਣ। ਠੀਕ ਹੈ। ਅਤੇ ਐਕਸਚੇਂਜ ਆਫ ਗੈਸਿਸ ਹੋਵੇ, ਕਿਉਂਕਿ ਅਲਟੀਮੇਟਲੀ ਸਟੋਮੈਟਾ ਨੇ ਕੀ ਕਰਨਾ? ਐਕਸਚੇਂਜ ਆਫ ਗੈਸ ਕਰਨਾ ਨਾ। ਸਟੋਮੈਟਾ ਨੱਕ ਦੇ ਤੌਰ 'ਤੇ ਕੰਮ ਕਰਦੇ ਨੇ ਪੌਦਿਆਂ ਦਾ। ਠੀਕ ਹੈ। ਉਹ ਕੀ ਕਰਦੇ ਨੇ? ਕਾਰਬਨ ਡਾਈਆਕਸਾਈਡ ਇਨ ਲੈਂਦੇ ਨੇ, ਆਕਸੀਜਨ ਗੈਸ ਬਾਹਰ ਕੱਢਦੇ ਨੇ, ਇਨ ਆਊਟ ਕਰਦੇ ਨੇ ਉਹ। ਠੀਕ ਹੈ। ਕਾਰਬਨ ਡਾਈਆਕਸਾਈਡ ਇਨ ਲੈਣਾ, ਆਕਸੀਜਨ ਬਾਹਰ ਕੱਢਣਾ। ਤਾਂ ਹੀ ਆਪਾਂ ਕਹਿੰਦੇ ਹਾਂ ਹਰੇ ਪੌਦੇ ਆਕਸੀਜਨ ਗੈਸ ਬਣਾਉਂਦੇ ਹਨ, ਤਾਂ ਹੀ ਕਹਿੰਦੇ ਨਾ, ਉਹ ਇਹ ਕੰਮ ਕਰਦੇ ਨੇ। ਹੁਣ ਫਿਰ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਸੀ ਵੀ ਜਿਹੜੇ ਆਪਣੇ ਰੇਗਿਸਤਾਨ 'ਚ ਪੌਦੇ ਹੁੰਦੇ ਨੇ ਉਹਨਾਂ 'ਤੇ ਕੰਡੇ ਕਿਉਂ ਹੁੰਦੇ ਨੇ? ਅਸਲ 'ਚ ਕੰਡੇ ਕੀ ਹੁੰਦੇ ਨੇ? ਮੋਡੀਫਾਈਡ ਟਾਈਪ ਆਫ ਲੀਵਸ ਹੁੰਦੇ ਨੇ, ਪੱਤਿਆਂ ਦਾ ਹੀ ਮੋਡੀਫਾਈਡ ਵਰਜ਼ਨ ਹੁੰਦਾ ਗਾ। ਤਾਂ ਕਿਉਂਕਿ ਪੁੱਤ ਰੇਗਿਸਤਾਨ ਦੇ ਵਿੱਚ ਪਾਣੀ ਦੀ ਘਾਟ ਹੁੰਦੀ ਆ, ਜੇ ਉੱਥੇ ਪੱਤੇ ਨਿਕਲੇ ਹੋਣ ਉਹਨਾਂ ਨੂੰ ਪਾਣੀ ਘੱਟ ਮਿਲ ਰਿਹਾ, ਉਹ ਪੱਤੇ ਕੀ ਕਰੀ ਜਾਣਗੇ? ਪ੍ਰੈਸਪਾਇਰੇਸ਼ਨ ਕਰੀ ਜਾਣਗੇ, ਉਹ ਪਾਣੀ ਉਡਾਈ ਜਾਣਗੇ ਹਵਾ ਦੇ ਵਿੱਚ, ਤਾਂ ਉੱਥੇ ਉਹਨਾਂ ਦਾ ਫੂਡ ਬਣਾਉਣਾ ਬਹੁਤ ਮੁਸ਼ਕਿਲ ਹੋ ਜਾਊਗਾ। ਕਿਉਂਕਿ ਉਹਨਾਂ ਨੂੰ ਫੂਡ ਬਣਾਉਣ ਦੇ ਲਈ ਵੀ ਰਾ ਮਟੀਰੀਅਲ ਦੇ ਤੌਰ 'ਤੇ ਕਿਹਦੀ ਲੋੜ ਪੈਂਦੀ ਆ? ਪਾਣੀ ਦੀ। ਤਾਂ ਇੱਥੇ ਪਾਣੀ ਦੋ ਕੰਮ ਕਰ ਰਿਹਾ, ਇੱਕ ਤਾਂ ਫੂਡ ਦੇ ਵਿੱਚ ਬਣਾਉ ਠੀਕ ਹੈ, ਸਟੋਮੈਟਾ ਨੂੰ ਖੋਲ੍ਹ ਕੇ ਗੈਸ ਐਕਸਚੇਂਜ ਕਰਨ ਦੇ ਵਿੱਚ ਹੈਲਪ ਕਰ ਰਿਹਾ ਹੈਗਾ। ਅਤੇ ਜਿਹੜਾ ਉਹ ਪਾਣੀ ਉੜ ਗਿਆ ਬਸ, ਉਹ ਐਟਮੋਸਫੀਅਰ ਦੇ ਵਿੱਚ ਚਲਾ ਗਿਆ। ਬਾਕੀ ਜਿਹੜਾ ਪਾਣੀ ਯੂਜ਼ ਹੋ ਗਿਆ, ਉਹ ਯੂਜ਼ ਹੋ ਗਿਆ ਕੀ ਬਣਾਉਣ ਦੇ ਲਈ? ਭੋਜਨ ਬਣਾਉਣ ਦੇ ਲਈ। ਅਤੇ ਉਸੇ ਪਾਣੀ ਦੇ ਵਿੱਚੋਂ ਜਿਹੜੀ H2O ਫਾਰਮੂਲਾ ਨਾ ਪਾਣੀ ਦਾ, H2O, ਉਸੇ ਪਾਣੀ ਦੇ ਵਿੱਚੋਂ ਆਕਸੀਜਨ ਗੈਸ ਬਾਹਰ ਨਿਕਲਦੀ ਹੈ। ਠੀਕ ਹੈ ਜੀ। ਤਾਂ ਇਹ ਚੀਜ਼ ਦਾ ਖਾਸ ਖਿਆਲ ਰੱਖਣਾ। ਤਾਂ ਇਹ ਥੋੜ੍ਹਾ ਆਪਣਾ ਹਾਈ ਲੈਵਲ ਦਾ ਚਲਾ ਗਿਆ, ਬਟ ਫਿਰ ਵੀ ਮੈਨੂੰ ਲੱਗਦਾ ਵੀ ਤੁਹਾਨੂੰ ਦੱਸਣਾ ਇਹ ਜ਼ਰੂਰੀ ਆ ਤਾਂ ਕਿ ਤੁਹਾਡਾ ਕੰਸੈਪਟ ਬਿਲਕੁਲ ਕੀ ਹੋ ਜਾਏ? ਕਲੀਅਰ ਹੋ ਜਾਏ। ਤਾਂ ਪਾਣੀ ਇੱਥੇ ਦੋ ਕੰਮ ਕਰਦਾ। ਕਹਿੰਦਾ ਹਾਊ ਡੂ ਪਲਾਂਟ ਗੈਟ ਕਾਰਬਨ ਡਾਈਆਕਸਾਈਡ? ਪਲਾਂਟ ਗੈਟ ਕਾਰਬਨ ਡਾਈਆਕਸਾਈਡ ਫਰੋਮ ਐਟਮੋਸਫੀਅਰ। On the lower side of leaves there are tiny opening called stomata
ਵਿਚ ਵਰਕਸ ਔਨ ਪ੍ਰੈਸਪਾਇਰੇਸ਼ਨ, ਠੀਕ ਹੈ, ਜਿਹੜੇ ਪ੍ਰੈਸਪਾਇਰੇਸ਼ਨ ਤੇ ਕੰਮ ਕਰਦੇ ਨੇ। ਸਟੋਮੈਟਾ ਆਰ ਟਾਈਨੀ ਪੋਰਸ ਸਰਾਊਂਡਡ ਬਾਈ ਗਾਰਡ ਸੈਲ। These guard cells helps in opening and closing of stomata, and hence when stomata are open, exchange of, ਇੱਥੇ carbon dioxide ਲਿਖਿਆ ਮੈਂ, exchange of gases ਕਰ ਲਓ, exchange of gases takes place। when stomata are closed, no exchange of gases takes place, ਠੀਕ ਹੈ ਜੀ। ਤੇ for higher classes ਜਿਹੜਾ ਮੈਂ ਤੁਹਾਨੂੰ ਦੱਸਿਆ, how stomata open and close, when the guard cell filled with water, stomata get open, ਠੀਕ ਹੈ, guard cell ਭਰ ਗਿਆ, stomata ਖੁੱਲ ਗਿਆ, ਠੀਕ ਹੈ, ਉਹੀ ਗੱਲ ਹੋ ਗਈ, ਠੀਕ ਹੈ। ਸਟੋਮੈਟਾ ਖੁੱਲ ਗਿਆ ਤਾਂ ਗਾਰਡ ਸੈੱਲ ਫੁੱਲ ਗਿਆ ਵਾਲਾ ਕੰਮ ਹੋ ਗਿਆ। ਗਾਰਡ ਸੈੱਲ ਫੁੱਲ ਗਿਆ ਤਾਂ ਸਟੋਮੈਟਾ ਖੁੱਲ ਗਿਆ। ਗਾਰਡ ਸੈੱਲ ਕਿਵੇਂ ਫੁੱਲੂਗਾ? ਗਾਰਡ ਸੈੱਲ ਫੁੱਲੂਗਾ ਜਦੋਂ ਉਹਦੇ ਵਿੱਚ ਪਾਣੀ ਭਰਿਆ ਜਾਊਗਾ। ਵੈਨ ਵਾਟਰ ਗੈਟ ਇਵੈਪੋਰੇਟਡ ਫਰੋਮ ਗਾਰਡ ਸੈੱਲ, ਸਟੋਮੈਟਾ ਕਲੋਜ਼ਡ। ਤੇ ਆਹ ਡਾਇਗਰਾਮ ਤੁਸੀਂ ਬਣਾਉਣੀ ਆ ਬੇਟਾ ਸਟੋਮੈਟਾ ਦੀ, ਤੇ ਇਹ ਆਹ ਸਟੋਮੈਟਾ ਆ ਗਿਆ, ਗਾਰਡ ਸੈੱਲ ਆ ਗਿਆ, ਇਹ ਦੂਸਰੇ ਸੈੱਲਸ ਆ ਗਏ ਪੱਤੇ ਦੇ ਸੈੱਲ ਜਿਨ੍ਹਾਂ ਦੇ ਵਿੱਚ ਗਾਰਡ ਸੈੱਲ ਪ੍ਰੈਜ਼ੈਂਟ ਨੇ। ਥੀਸ ਆਰ ਨੋਨ ਐਜ਼ ਲੀਫ ਸੈੱਲਸ। ਇੱਕ ਗੱਲ ਆਪਾਂ ਹੋਰ ਕਰਦੇ ਹਾਂ, ਇਹ ਜਿਹੜੇ ਪੌਦੇ ਨੇ ਇਹ ਇਕੱਲਾ ਕਾਰਬੋਹਾਈਡਰੇਟ ਬਣਾਉਂਦੇ ਨੇ ਜਾਂ ਪ੍ਰੋਟੀਨਸ ਵੀ ਬਣਾਉਂਦੇ ਨੇ? ਇਹ ਪ੍ਰੋਟੀਨਸ ਵੀ ਬਣਾਉਂਦੇ ਨੇ। ਪ੍ਰੋਟੀਨ ਵਾਲੇ ਪੌਦੇ ਕਿਹੜੇ ਕਿਹੜੇ ਨੇ? ਜਿੰਨੀਆਂ ਵੀ ਦਾਲਾਂ ਨੇ ਪੁੱਤੋ ਸਾਰੀਆਂ ਪ੍ਰੋਟੀਨ ਵਾਲੀਆਂ ਹੀ ਨੇਗੀਆਂ। ਤਾਂ ਪ੍ਰੋਟੀਨ ਬਣਾਉਣ ਲਈ ਨਾਈਟ੍ਰੋਜਨ ਗੈਸ ਦੀ ਜ਼ਰੂਰਤ ਹੁੰਦੀ ਆ। ਪ੍ਰੋਟੀਨ ਬਣਾਉਣ ਲਈ ਕਿਹਦੀ ਜ਼ਰੂਰਤ ਹੁੰਦੀ ਆ? ਨਾਈਟ੍ਰੋਜਨ ਗੈਸ ਦੀ। ਹੁਣ ਇਹ ਨਾਈਟ੍ਰੋਜਨ ਗੈਸ ਪੌਦੇ ਕਿਵੇਂ ਲੈਂਦੇ ਨੇ? ਇਹਦੇ ਬਾਰੇ ਆਪਾਂ ਕੱਲ੍ਹ ਨੂੰ ਡਿਸਕਸ ਕਰਾਂਗੇ। ਕੱਲ੍ਹ ਨੂੰ ਆਪਾਂ ਡਿਸਕਸ ਕਰਾਂਗੇ ਅੱਗੇ 3 ਚੀਜ਼ਾਂ, ਹੈਟਰੋਟ੍ਰੋਫਿਕ ਨਿਊਟ੍ਰੀਸ਼ਨ, ਸੈਪਰੋਟ੍ਰੋਫਿਕ ਨਿਊਟ੍ਰੀਸ਼ਨ, ਅਤੇ ਨਾਲ ਦੀ ਨਾਲ ਆਪਾਂ ਡਿਸਕਸ ਕਰਾਂਗੇ ਵੀ ਇਹ ਜਿਹੜੇ ਪੌਦੇ ਨੇ ਇਹ ਪ੍ਰੋਟੀਨ ਕਿਵੇਂ ਪੈਦਾ ਕਰਦੇ ਨੇ, ਠੀਕ ਹੈ। ਇੱਕ ਬੇਟਾ ਇਹ 'ਚ ਐਕਟੀਵਿਟੀ ਆਊਗੀ ਤੁਹਾਨੂੰ, ਉਹ ਐਕਟੀਵਿਟੀ ਆ ਕਿ ਪੌਦਿਆਂ ਦੇ ਪੱਤਿਆਂ ਦੇ ਵਿੱਚ ਸਟਾਰਚ ਹੁੰਦਾ, ਮਤਲਬ ਗਲੂਕੋਸ ਹੁੰਦਾ, ਮਤਲਬ ਕਾਰਬੋਹਾਈਡਰੇਟ ਹੁੰਦਾ। ਇਹ ਸਾਰੀਆਂ ਚੀਜ਼ਾਂ ਇੱਕੋ ਹੀ ਨੇ। ਕਾਰਬੋਹਾਈਡਰੇਟ ਹੁੰਦਾ, ਇਹ ਕਿਵੇਂ ਪਤਾ ਕਰੋਗੇ? ਇਹ ਆਪਾਂ ਕਰਾਂਗੇ ਆਇਓਡੀਨ ਟੈਸਟ ਨਾਲ। ਇਹ ਸ਼ਾਇਦ ਤੁਸੀਂ 6th ਕਲਾਸ ਦੇ ਵਿੱਚ ਵੀ ਕੀਤਾ ਹੁੰਦਾ ਆਇਓਡੀਨ ਟੈਸਟ, ਠੀਕ ਹੈ। ਤਾਂ ਆਪਾਂ ਕੱਲ੍ਹ ਨੂੰ ਉਹ ਐਕਟੀਵਿਟੀ ਵੀ ਦੇਖਾਂਗੇ ਕੀ ਹੁੰਦੀ ਹੈ। ਤਾਂ ਬੇਟਾ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਵੀ ਮੇਰੇ ਲੈਕਚਰ ਤੁਸੀਂ ਜਦੋਂ ਵੀ ਦੇਖਦੇ ਹੋ ਨਾਲ ਦੀ ਨਾਲ ਬੇਟਾ ਆਪਦੀ ਪੈਨ ਅਤੇ ਕਾਪੀ ਚੱਕ ਲਓ। ਪੈਨ ਕਾਪੀ ਚੱਕ ਕੇ ਇਹਨਾਂ ਨੂੰ ਲਿਖਣਾ ਸ਼ੁਰੂ ਕਰੋ। ਈਵਨ ਦੋ ਮੈਂ ਤੁਹਾਨੂੰ PDF ਵੀ ਸੈਂਡ ਕਰ ਦੂੰਗਾ, ਬਟ PDF ਤੋਂ ਲਿਖ ਕੇ ਲਿਖਣਾ ਅਤੇ ਲੈਕਚਰ ਦੇ ਨਾਲ ਨਾਲ ਲਿਖਣ 'ਚ ਬਹੁਤ ਫ਼ਰਕ ਹੈ। ਲੈਕਚਰ ਦੇ ਨਾਲ ਨਾਲ ਲਿਖੋਗੇ ਤਾਂ ਤੁਹਾਨੂੰ ਚੀਜ਼ਾਂ ਨਾਲ ਦੀ ਨਾਲ ਯਾਦ ਹੋ ਜਾਣਗੀਆਂ। ਜਿਵੇਂ ਮੈਂ ਅੱਧੇ ਘੰਟੇ ਦਾ ਲੈਕਚਰ ਤੁਹਾਨੂੰ ਸੈਂਡ ਕੀਤਾ, ਤੁਸੀਂ ਅੱਧਾ ਘੰਟਾ ਤਾਂ ਇਹ ਚੀਜ਼ ਲਿਖਣੀ ਹੈ, ਇਹਨੂੰ ਅੱਧੇ ਘੰਟੇ ਬਾਅਦ ਯਾਦ ਕਰਨਾ, ਠੀਕ ਹੈ। ਮਤਲਬ ਤੁਸੀਂ ਸਾਇੰਸ 'ਤੇ ਇੱਕ ਦਿਨ ਦੇ ਵਿੱਚ ਸਿਰਫ 1 ਘੰਟਾ ਲਾਉਣਾ, ਅਤੇ ਜੇ ਤੁਸੀਂ ਸਾਇੰਸ ਦੇ ਵਿੱਚ ਇੱਕ ਦਿਨ ਦੇ ਵਿੱਚ 1 ਘੰਟਾ ਲਾਓਗੇ ਤਾਂ ਮੈਂ ਗਰੰਟੀ ਲੈਂਦਾ ਬੇਟਾ ਤੁਹਾਡੇ 100 ਆਊਟ ਆਫ 100 ਮਾਰਕਸ ਆਉਣਗੇ। ਅਤੇ ਇਕੱਲੇ 7th ਕਲਾਸ ਦੇ ਵਿੱਚ ਨਹੀਂ ਆਉਣਗੇ, 8th ਦੇ ਵਿੱਚ ਵੀ ਆਉਣਗੇ, 9th ਦੇ ਵਿੱਚ ਵੀ ਆਉਣਗੇ ਅਤੇ 10th ਦੇ ਵਿੱਚ ਵੀ ਆਉਣਗੇ। ਇਹ ਗਰੰਟੀ ਬੇਟਾ ਮੈਂ ਲੈਂਦਾ। ਸੋਚਿਆ ਕਦੇ 100/100 ਮਾਰਕਸ ਆ ਜਾਣ ਤੁਹਾਡੇ, ਕਿੰਨਾ ਚੰਗਾ ਲੱਗੂਗਾ ਤੁਹਾਨੂੰ। ਇਹ ਮਜ਼ਾਕ ਨਹੀਂ ਹੈਗਾ, ਠੀਕ ਹੈ। ਕਈ ਬੱਚਿਆਂ ਨੂੰ ਲੱਗਦਾ ਹੁੰਦਾ ਵੀ ਇਹ ਮਜ਼ਾਕ ਕਰ ਰਹੇ ਨੇ ਸਰ, ਇਹ ਤਾਂ ਐਵੇਂ ਹੀ ਬੋਲੀ ਜਾਂਦੇ ਨੇ, 100/100 ਕਿਵੇਂ ਆ ਜਾਊ। ਮੈਂ ਤੁਹਾਨੂੰ ਦੱਸ ਰਿਹਾ ਆਊਗਾ, ਬਿਕੋਜ਼ ਜਿਹੜੀ ਚੀਜ਼ ਮੈਂ ਤੁਹਾਨੂੰ ਪ੍ਰੋਵਾਈਡ ਕਰੂੰਗਾ, ਜਿਹੜੀ ਚੀਜ਼ ਮੈਂ ਤੁਹਾਨੂੰ ਸਮਝਾਊਂਗਾ, ਇੰਗਲਿਸ਼ ਤੁਹਾਨੂੰ ਆਉਂਦੀ ਹੈ ਆ, ਜੇ ਨਹੀਂ ਵੀ ਆਉਂਦੀ ਹੋ ਤਾਂ ਵੀ ਸਿੱਖ ਜਾਓਗੇ ਮੇਰੇ ਲੈਕਚਰਸ। ਕਿਉਂ? ਆਪਾਂ ਹਿੰਦੀ ਅਤੇ ਆਪਾਂ ਇੰਗਲਿਸ਼ ਅਤੇ ਪੰਜਾਬੀ 'ਚ ਕਰ ਰਹੇ ਹਾਂ ਸਾਰਾ ਕੁਛ, ਤਾਂ ਤੁਸੀਂ ਸਿੱਖ ਜਾਓਗੇ। ਤਾਂ ਉਹ ਸਿੱਖ ਕੇ ਤੁਸੀਂ ਜਦੋਂ ਲਿਖਣਾ ਗਾ ਇੰਨਾ ਸੋਹਣਾ ਲਿਖੋਗੇ ਤੁਸੀਂ ਬੇਟਾ, ਅਤੇ ਤੁਹਾਡੇ ਨੰਬਰ ਕੋਈ ਕੱਟ ਹੀ ਨਹੀਂ ਸਕੂਗਾ, ਠੀਕ ਹੈ। ਤਾਂ ਇਸੇ ਤਰ੍ਹਾਂ ਨਾਲ ਤੁਸੀਂ ਰੋਜ਼ 1 ਘੰਟਾ ਸਾਇੰਸ ਨੂੰ ਜ਼ਰੂਰ ਦੇਣਾ, ਅੱਧੇ ਘੰਟੇ ਦਾ ਲੈਕਚਰ, ਅੱਧਾ ਘੰਟਾ ਤੁਹਾਡਾ ਆਪਦਾ ਕੰਮ, ਫਿਰ ਉਹਨੂੰ ਯਾਦ ਕਰਨਾ। ਮਤਲਬ ਇੱਕ ਤਰ੍ਹਾਂ ਨਾਲ ਲਾ ਕੇ ਚੱਲੀਏ ਆਪਾਂ, ਸਿਰਫ 1 ਘੰਟੇ ਦੇ ਵਿੱਚ ਤੁਹਾਡਾ ਇਹ ਸਾਰਾ ਕੰਮ ਕੰਪਲੀਟ ਹੋ ਜਾਊਗਾ। ਕੋਈ ਇੰਨਾ ਜ਼ਿਆਦਾ ਕੰਮ ਨਹੀਂ ਹੈਗਾ, ਠੀਕ ਹੈ ਬੇਟਾ। ਤਾਂ ਉਹਨੂੰ ਯਾਦ ਰੱਖਣਾ, ਮਾਈਂਡ ਦੇ ਵਿੱਚ ਬਿਠਾਉਣਾ, ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਨਾਲ ਦੇਖਣਾ ਗਾ। ਬੇਸਿਕਲੀ ਜਿਹੜੇ ਕੁਐਸਚਨਸ ਨੇ, ਔਖੇ ਕੁਐਸਚਨ ਉਹ ਛੋਟੀਆਂ ਗੱਲਾਂ 'ਚੋਂ ਨਿਕਲਦੇ ਨੇ, ਠੀਕ ਹੈ ਜੀ। ਥੈਂਕ ਯੂ। ਅਤੇ ਅੱਜ ਦਾ ਆਪਣਾ ਲੈਕਚਰ ਇੱਥੇ ਹੀ ਖਤਮ ਹੁੰਦਾ। ਆਲ ਦਾ ਵੈਰੀ ਬੈਸਟ।